ਤਸਵੀਰਾਂ ਦਿਖਾਣੀਆਂ ਚਾਹਾਂਗਾ ਜਿਹੜੀ ਜਗ੍ਹਾ ਅਸੀਂ ਮੌਜੂਦ ਹਾਂ। ਰਾਤ ਨੂੰ ਅਸੀਂ ਤਸਵੀਰਾਂ ਦਿਖਾਈਆਂ ਸੀ ਜਦੋਂ ਕਿ ਰਾਤ ਕਰੀਬ 10 ਤੋਂ 11 ਵਜੇ ਦੇ ਵਿੱਚ ਇਹ ਬਿਲਡਿੰਗ ਡਿੱਗੀ ਸੀ। ਤਾਂ 4 ਮੰਜ਼ਲਾ ਬਿਲਡਿੰਗ ਦੱਸੀ ਜਾ ਰਹੀ ਹੈ। ਤਾਂ ਬਿਲਡਿੰਗ ਦੇ ਉੱਪਰ ਵਾਲੇ ਜਿਹੜਾ ਫਲੋਰ ਹੈ ਉਹਦੇ ਉੱਤੇ ਕੁਝ ਮਸ਼ੀਨਾਂ ਰੱਖੀਆਂ ਜਿਹੜੀਆਂ ਕਿ ਕੱਪੜਾ ਬਣਾਉਂਦੀਆਂ ਨੇ ਜਾਂ ਫਿਰ ਸਿਲਾਈ ਮਸ਼ੀਨਾਂ ਨੇ, ਉਹ ਉੱਤੇ ਰੱਖੀਆਂ ਹੋਈਆਂ ਨੇ। ਤੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਉੱਤੇ ਮਸ਼ੀਨਾਂ ਜਦੋਂ ਚੱਲਦੀਆਂ ਸੀ ਤੇ ਵਾਈਬ੍ਰੇਟਰ ਹੁੰਦੀ ਸੀ, ਤਾਂ ਉਹਦੀ ਵਜ੍ਹਾ ਕਰਕੇ ਕੁਝ ਲੋਕ ਕਹਿ ਰਹੇ ਨੇ ਕਿ ਉਹਦੀ ਵਜ੍ਹਾ ਕਰਕੇ ਇਹ ਬਿਲਡਿੰਗ ਜਿਹੜੀ ਹੈ ਡਿੱਗੀ, ਕਿਉਂਕਿ ਵੱਡੀਆਂ ਮਸ਼ੀਨਾਂ ਸਨ। ਜਦੋਂ ਮਸ਼ੀਨਾਂ ਚੱਲੀਆਂ ਤਾਂ ਯਕੀਨਨ ਗੱਲ ਹੈ ਕਿ ਵਾਈਬ੍ਰੇਟਰ ਜ਼ਰੂਰ ਹੋਏਗੀ, ਤਾਂ ਉਸ ਵਜ੍ਹਾ ਕਰਕੇ ਇਹ ਵੀ ਹੈ ਜਿਹੜੀ ਬਿਲਡਿੰਗ ਡਿੱਗਣ ਦਾ ਖਸਤਾ ਜਿਹੜਾ ਉਹ ਦੱਸਿਆ ਜਾ ਰਿਹਾ। ਤਾਂ 4 ਮੰਜ਼ਿਲ ਜਿਹੜੀ ਹੈ ਬਿਲਡਿੰਗ ਹੈ, ਜਿੱਦਾਂ ਹੀ ਡਿੱਗੀ ਆ ਤਾਂ ਦੂਸਰੇ ਉੱਪਰ ਵਾਲੇ ਫਲੋਰ ਤੋਂ ਜਿਹੜਾ ਨੀਚੇ ਵਾਲਾ ਫਲੋਰ ਹੈ ਤਾਂ ਉੱਥੇ ਕੁਝ ਕਿਰਾਏਦਾਰ ਰਹਿੰਦੇ ਸਨ। ਉਹ 9 ਲੋਕ ਜਿਹੜੇ ਨੇ ਉਹ ਪੂਰੇ ਇੱਥੇ ਰਹਿੰਦੇ ਸੀ। ਪੂਰਾ ਪਰਿਵਾਰਿਕ ਮੈਂਬਰ ਜਿਹੜੇ 9 ਜਣੇ ਸਨ ਤੇ ਉਹਨਾਂ ਨੂੰ ਬਿਲਕੁਲ ਸਹੀ ਸਲਾਮਤ ਜਿਹੜਾ ਕੱਢ ਦਿੱਤਾ ਗਿਆ। ਪਰ ਜੇ ਇਸ ਮਲਬੇ ਦੀ ਗੱਲ ਕਰੀਏ ਤਾਂ ਮਲਬਾ ਇੰਨਾ ਜ਼ਿਆਦਾ ਇਸ ਸੜਕ ਦੇ ਉੱਤੇ ਆ ਚੁੱਕਿਆ ਕਿ ਇੱਕ ਗੱਡੀ ਵੀ ਇੱਥੇ ਫਿਸ ਗਈ ਸੀ, ਉਹਨੂੰ ਹੁਣ ਇੱਥੋਂ ਬਾਹਰ ਕੱਢ ਲਿੱਤਾ ਗਿਆ ਸੀ, ਗੱਡੀ ਨੂੰ ਕੱਢ ਲਿੱਤਾ ਗਿਆ। ਪਰ ਇਸ ਵੇਲੇ ਹਰ ਕੋਈ ਇਸ ਚਿੰਤਾ ਦੇ ਵਿੱਚ ਹੈਗਾ ਕਿ ਰਾਤ ਵੇਲੇ ਕੋਈ ਇੱਥੋਂ ਨਿਕਲਿਆ ਨਾ ਹੋਵੇ, ਕਿਤੇ ਇਸ ਮਲਬੇ ਦੇ ਥੱਲੇ ਕੋਈ ਰਾਤ ਵੇਲੇ ਇੱਥੇ ਨਾ ਆਇਆ ਹੋਵੇ। ਇਹ ਜਿਹੜਾ ਆਸ਼ੰਕਾ ਜਿਹੜੀ ਅਜੇ ਤੱਕ ਹਰ ਕੋਈ ਜਤਾ ਰਿਹਾ ਵਾ। ਤੇ ਲਗਾਤਾਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਦੋਜਦ ਕਰ ਰਿਹਾ, ਤਾਂ ਮਸ਼ੀਨਾਂ ਜਿਹੜੀਆਂ ਨੇ ਇੱਥੇ ਮੰਗਵਾ ਲਿੱਤੀਆਂ ਗਈਆਂ। ਤੇ ਪਰ ਮਲਬਾ ਹਜੇ ਅਸੀਂ ਇਹ ਕਹਿ ਸਕਦੇ ਕਿ ਜਿਸ ਤਰੀਕੇ ਦੇ ਰਾਤ ਇੱਥੇ ਮਲਬਾ ਸੀ ਉਸ ਤਰੀਕੇ ਦੇ ਨਾਲ ਹੀ ਇਹ ਮਲਬਾ ਜਿਹੜਾ ਉਸ ਜਗ੍ਹਾ ਦੇ ਉੱਤੇ ਨਜ਼ਰ ਆ ਰਿਹਾ। ਤਸਵੀਰਾਂ ਜਿਹੜੀਆਂ ਤੁਹਾਨੂੰ ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ਝੀਲ ਮੰਡੀ ਸੜਕ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਕਿ ਲਗਾਤਾਰ ਆਵਾਜਾਈ ਜਿਹੜੀ ਆ ਲਗਾਤਾਰ ਰਹਿੰਦੀ ਸੀ। ਤਾਂ ਅੱਜ ਬੀਤੀ ਰਾਤ ਜਦੋਂ ਇੱਥੇ ਇਹ ਵੱਡਾ ਹਾਦਸਾ ਹੋਇਆ ਤੇ ਇਸ ਹਾਦਸੇ ਨੇ ਇੱਕ ਵਾਰ ਪੂਰੇ ਇਲਾਕੇ ਦੇ ਦਿਲ ਦੇ ਵਿੱਚ ਡਰ ਪੈਦਾ ਕਰ ਦਿੱਤਾ, ਕਿਉਂਕਿ ਕਿਹਾ ਜਾ ਰਿਹਾ ਕਿ ਇਹ 50 ਸਾਲ ਪੁਰਾਣੀ ਬਿਲਡਿੰਗ ਹੈ। ਤਾਂ ਹੋਰ ਵੀ ਕਾਫੀ ਜਿਹੜੀਆਂ ਬਿਲਡਿੰਗਾਂ ਨੇ ਇਸ ਜਗ੍ਹਾ ਦੇ ਉੱਤੇ ਕਾਫੀ ਪੁਰਾਣੀਆਂ ਬਿਲਡਿੰਗਾਂ ਨੇ, ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਖਤਰਾ ਵਾ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੀ ਬਿਲਕੁਲ ਆਲੇ ਦੁਆਲੇ ਦੀ ਜਿਹੜੀਆਂ ਬਿਲਡਿੰਗਾਂ ਨੇ, ਇਹ ਜਿਹੜੀ ਇੱਕ ਬਿਲਡਿੰਗ ਹੈ ਤੇ ਨਾਲ ਅਸੀਂ ਕਹਿ ਸਕਦੇ ਤੇ ਦੂਸਰੀ ਬਿਲਡਿੰਗ ਵੀ ਜਿਹੜੀ ਹਾਫ ਜਿਹੜੀ ਆ ਜਿਹੜੀ ਹਜੇ ਵੀ ਜਿਹੜੇ ਡਿੱਗਣ ਦੀ ਤਿਆਰੀਆਂ ਦੇ ਵਿੱਚ ਉੱਤੇ ਦੇਖ ਸਕਦੇ ਜੀ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ। ਤੇ ਇਹ ਬਿਲਡਿੰਗ ਜਿਹੜੀ ਆ ਕਦੀ ਵੀ ਇਹ ਵੀ ਡਿੱਗ ਸਕਦੀ ਆ। ਦੂਸਰੀ ਬਿਲਡਿੰਗ ਜਿਹੜੀ ਅਸੀਂ ਸਾਹਮਣੀ ਸਾਈਡ ਦੀ ਨਾਲ ਵਾਲੀ ਪਰਲੀ ਸਾਈਡ ਵਾਲੀ ਗੱਲ ਕਰੀਏ ਤਾਂ ਉਹ ਵੀ ਬਿਲਡਿੰਗ ਕਿਤੇ ਨਾ ਕਿਤੇ ਥੋੜੀ ਜਿੰਨੀ ਡੱਗ ਮਗਾਉਂਦੀ ਹੀ ਨਜ਼ਰ ਆ ਰਹੀ ਆ। ਤਾਂ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਬੜਾ ਵੱਡਾ ਖਤਰਾ ਜਿਹੜਾ ਇਸ ਇਲਾਕੇ ਇਸ ਸੜਕ ਦੇ ਜਿਹੜੇ ਝੀਲ ਮੰਡੀ ਸੜਕ ਆ, ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਵਾਸਤੇ ਬੜਾ ਵੱਡਾ ਖਤਰਾ ਜਿਹੜਾ ਉਹ ਨਜ਼ਰ ਆ ਰਿਹਾ। ਤਾਂ ਇਹ ਜਿਹੜੀ ਇਲਾਕਾ ਹੈ, ਇਸ ਇਲਾਕੇ ਦੇ ਵਿੱਚ ਲਗਾਤਾਰ ਆਵਾਜਾਈ ਰਹਿੰਦੀ ਸੀ। ਤੇ ਆਹ ਕੰਮ ਤੁਸੀਂ ਦੇਖ ਸਕਦੇ ਜਿਹੜਾ ਕੰਮ ਚੱਲ ਰਿਹਾ, ਇਹ ਸਾਰੇ ਜਿਹੜੇ ਧਾਗੇ ਖਿਲ ਰਹੇ ਹੋਏ ਤੇ ਇਹ ਇੱਥੋਂ ਜਿਹੜੀ ਬਾਹਰ ਉੱਪਰ ਮਸ਼ੀਨਾਂ ਲੱਗੀਆਂ ਨੇ, ਕਾਫੀ ਲੇਡੀਜ਼ ਕੰਮ ਕਰਦੀਆਂ ਸੀ, ਜੈਂਟਸ ਇੱਥੇ ਕੰਮ ਕਰਦੇ ਹੁੰਦੇ ਸਨ। ਤਾਂ ਕੱਪੜਾ ਬਣਦਾ ਸੀ ਤੇ ਨਾਲ ਸਿਲਾਈ ਮਸ਼ੀਨਾਂ ਜਿਹੜੀਆਂ ਉਹ ਵੀ ਇੱਥੇ ਰੱਖੀਆਂ ਗਈਆਂ ਸੀ ਜਿਹੜਾ ਲਗਾਤਾਰ ਕੰਮ ਕਰਦਾ ਸੀ। ਤਾਂ ਸਭ ਤੋਂ ਵੱਡਾ ਕਾਰਨ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੀਆਂ ਮਸ਼ੀਨਾਂ ਜਦੋਂ ਚੱਲਦੀਆਂ ਸਨ, ਮੋਟਰਾਂ ਚੱਲਦੀਆਂ ਸਨ ਮਸ਼ੀਨਾਂ ਦੀਆਂ, ਤੇ ਉਹ ਵਾਈਬ੍ਰੇਟਰ ਹੁੰਦੀ ਸੀ ਤੇ ਉਹਦੀ ਵਜ੍ਹਾ ਕਰਕੇ ਇਹ ਬਿਲਡਿੰਗ ਜਿਹੜੀ ਹੈ ਉਹ ਡਿੱਗੀ ਆ। ਤਾਂ ਪਹਿਲਾਂ ਹੀ ਜੇ ਅਸੀਂ ਗੱਲ ਕਰੀਏ ਤਾਂ ਪਹਿਲਾਂ ਹੀ ਕਿਹਾ ਜਾ ਰਿਹਾ ਕਿ 50 ਸਾਲ ਪੁਰਾਣੀ ਜਿਹੜੀ ਆ ਬਿਲਡਿੰਗ ਆ, ਤਾਂ ਇਹਦੀ ਬੁਨਿਆਦ ਹੈਗੀ ਸੀ ਜਾਂ ਨਹੀਂ ਹੈਗੀ ਸੀ, ਇਹਦੀ ਬੁਨਿਆਦ ਕਿੰਨੀ ਸੀ, ਇਹ ਸਵਾਲ ਜਿਹੜੇ ਉੱਥੇ ਉੱਠਦੇ ਪਏ ਆ। ਦੂਸਰੀ ਬਿਲਡਿੰਗ ਤੁਹਾਨੂੰ ਦਿਖਾ ਰਹੇ ਜਿਹੜੀ ਨਾਲ ਵਾਲੀ ਆ, ਤਾਂ ਇਹ ਵੀ ਕਾਫੀ ਖਸਤਾ ਹਾਲਤ ਵਿੱਚ ਹੈਗੀ ਆ। ਪਰ ਹੁਣ ਪ੍ਰਸ਼ਾਸਨਿਕ ਅਧਿਕਾਰੀ ਕੀ ਕਾਰਵਾਈ ਕਰਦੇ ਆ, ਕਿਹਦੇ ਉੱਤੇ ਕਾਰਵਾਈ ਕਰਦੇ ਆ, ਕੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂਚ ਜਿਹੜੀ ਆ ਕਿੰਨੀ ਕੁ ਅਮਲ 'ਚ ਲਿਆਂਦੀ ਜਾਂਦੀ ਆ, ਇਹ ਸਵਾਲ ਜਿਹੜੇ ਨੇ ਉਹ ਇੱਥੇ ਸਾਫ਼ ਜਿਹੜੇ ਨਜ਼ਰ ਆ ਰਹੇ ਆ। ਦੇਖ ਸਕਦੇ ਜੀ ਕਿ ਅਗਲੀ ਜਿਹੜੀ ਨਾਲ ਵਾਲੀ ਬਿਲਡਿੰਗ ਹੈ ਉਹ ਵੀ ਕਿਸੇ ਨਾ ਕਿਤੇ ਖਸਤਾ ਹਾਲਤ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਨਜ਼ਰ ਆ ਰਹੀ ਹੈ। ਜਿਹੜੀਆਂ ਤਸਵੀਰਾਂ ਕੈਮਰਾਮੈਨ ਵੱਲੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਤਾਂ ਦੂਸਰੇ ਪਾਸੇ ਅਸੀਂ ਫਿਰ ਦੁਬਾਰਾ ਉਸੇ ਪਾਸੇ ਜਾਵਾਂਗੇ ਜਿੱਥੇ ਕਿ ਬਿਲਡਿੰਗ ਡਿੱਗੀ ਹੋਈ ਆ। ਤਾਂ ਦੂਸਰੇ ਪਾਸੇ ਦੇਖ ਸਕਦੇ ਕਿ ਲੋਹੇ ਦੀਆਂ ਮਸ਼ੀਨਾਂ ਜਿਹੜੀਆਂ ਨੇ ਕਾਫੀ ਵੱਡੀਆਂ ਮਸ਼ੀਨਾਂ ਜਿਹੜੀਆਂ ਇਸ ਮਲਬੇ ਦੇ ਥੱਲੇ ਆਈਆਂ ਹੋਈਆਂ ਨੇ। ਤਾਂ ਹੁਣ ਇਹਨਾਂ ਨੂੰ ਕਦੋਂ ਕੱਢਿਆ ਜਾਏਗਾ, ਤਾਂ ਸਭ ਤੋਂ ਵੱਡਾ ਸਵਾਲ ਅਸੀਂ ਕਹਿ ਦਿੰਦੇ ਕਿ ਜੀ ਫਿਲਹਾਲ ਜੇ ਮਲਬਾ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਤੇ ਮਲਬਾ ਜਿਹੜਾ ਤੁਹਾਨੂੰ ਇਸ ਵੇਲੇ ਤਸਵੀਰ ਦਿਖਾ ਰਹੇ ਹਾਂ, ਇਸ ਜਗ੍ਹਾ ਦੇ ਉੱਤੇ ਮਲਬਾ ਕਾਫੀ ਇੱਥੋਂ ਤੱਕ ਪਹੁੰਚਿਆ ਸੀ। ਜਿਹੜੇ ਐਂਗਲ ਦੇਖ ਰਹੇ ਜੇ ਲੋਹੇ ਦੇ, ਤਾਂ ਇੱਥੋਂ ਤੱਕ ਪੂਰਾ ਮਲਬਾ ਰਾਤ ਨੂੰ ਪਹੁੰਚਿਆ ਹੋਇਆ ਸੀ। ਸਿਰਫ ਇੱਥੇ ਇੱਕ ਗੱਡੀ ਲੱਗੀ ਸੀ ਜਿਹੜੀ ਹਾਫ ਜਿਹੜੀ ਗੱਡੀ ਫਿਸ ਚੁੱਕੀ ਸੀ। ਤਾਂ ਉਹ ਗੱਡੀ ਨੂੰ ਬਾਹਰ ਕਢਾਉਣ ਵਾਸਤੇ ਸ਼ਾਇਦ ਗੱਡੀ ਵਾਲੇ ਵੱਲੋਂ ਜਦੋਜਦ ਕੀਤੀ ਗਈ ਸੀ। ਪਰ ਜੇਕਰ ਅਸੀਂ ਉਸ ਤਰ੍ਹਾਂ ਬਾਕੀ ਮਲਬੇ ਦੀ ਗੱਲ ਕਰੀਏ ਤਾਂ ਬਾਕੀ ਮਲਬਾ ਉਸੇ ਤਰੀਕੇ ਦੇ ਨਾਲ ਇੱਥੇ ਪਿਆ ਵਾ। ਸਿਰਫ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਇਸ ਮਲਬੇ ਨੂੰ ਹਟਾਇਆ ਜਾਏਗਾ। ਕੌਂਸਲਰ ਸਾਹਿਬਾਨ ਵੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਕੋਲੋਂ ਸਭ ਤੋਂ ਵੱਡਾ ਸਵਾਲ ਇਹੋ ਹੀ ਹੈ ਕਿ ਕੀ ਇਹਨਾਂ ਕੋਲੋਂ ਪਰਮਿਸ਼ਨ ਹੈਗੀ ਸੀ ਜਾਂ ਨਹੀਂ ਹੈਗੀ ਸੀ। ਇਹ ਪਰਮਿਸ਼ਨ ਜਿਹੜੀ ਹੈ ਜਦੋਂ ਜਾਂਚ ਅਧਿਕਾਰੀ ਜਿਹੜੇ
ਨਜ਼ਰ ਆਣਗੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ ਇਹ ਬਿਲਡਿੰਗ ਜਿਹੜੀ ਹੈ ਰਾਤ ਨੂੰ ਕਿੰਨੇ ਵਜੇ ਡਿੱਗੀ ਸੀ? ਇਹ ਰਾਤ ਕਰੀਬ 11 ਕੁ ਵਜੇ ਡਿੱਗੀ ਹੈ, ਖਸਤਾ ਹਾਲਤ 'ਚ ਸੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਭੂਸ਼ਣ ਮਹਾਜਨ ਦੀ ਹੈ ਬਿਲਡਿੰਗ ਜੀ, 3 ਮੰਜ਼ਿਲਾ ਬਿਲਡਿੰਗ ਹੈ ਤੇ ਕੋਈ ਸਰ ਮਸ਼ੀਨਾਂ ਉੱਤੇ ਚੱਲਦੀਆਂ ਸੀ, ਕਹਿੰਦੇ ਵਾਈਬ੍ਰੇਟਰ ਹੁੰਦੀ ਸੀ, ਉਹਦੀ ਵਜ੍ਹਾ ਕਰਕੇ ਵੀ ਇਹਦੇ ਬਾਰੇ ਵੇਖੋ ਜੀ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਸੀਨੀਅਰ ਅਫਸਰਾਂ ਨੂੰ ਦੱਸ ਚੁੱਕੇ ਆ, ਜੋ ਵੀ ਕਾਰਵਾਈ ਹੋਈ ਅਮਲ 'ਚ ਲੈ ਆਂਦੀ ਜਾਓ। ਹਾਂਜੀ ਕਿੰਨੀ ਦੇਰ ਤੱਕ ਸਰ ਮਲਬਾ ਹਟ ਜਾਏਗਾ? ਵੇਖੋ ਜੀ ਮਲਬੇ ਵਾਲੇ ਜਿਹੜੇ ਕਾਰਪੋਰੇਸ਼ਨ ਵਾਲੇ ਆਉਂਦੇ ਆ ਤੇ ਹਟਾ ਦਾਂਗੇ ਜੀ ਮਲਬਾ। ਬਿਲਕੁਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਮਲਬੇ ਨੂੰ ਇੱਥੋਂ ਹਟਾ ਦਿੱਤਾ ਜਾਵੇ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਵੇਲੇ ਲੋਕਾਂ ਦੇ ਵਿੱਚ ਡਰ ਜਿਹੜਾ ਪੈਦਾ ਹੋਇਆ। ਕੌਂਸਲਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਮੈਡਮ, ਤੁਹਾਡੇ ਇਲਾਕੇ ਦੇ ਵਿੱਚ ਐਡਾ ਵੱਡਾ ਹਾਦਸਾ ਹੋ ਗਿਆ, ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਸੀਂ ਮੰਨਦੇ ਹਾਂ, ਪਰ ਬੜਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਜੇਕਰ ਰਾਤ ਦਾ ਟਾਈਮ ਨਾ ਹੁੰਦਾ। ਦੇਖੋ ਇਹ ਤਾਂ ਮੈਂ ਸ਼ੁਕਰ ਕਰਦੀ ਹਾਂ ਪ੍ਰਮਾਤਮਾ ਦਾ, ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਕਿ ਕੋਈ ਵੀ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ। ਇਹਦੇ ਲਈ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ। ਹਾਦਸੇ ਜਿਹੜੇ ਆ ਉਹ ਬਹੁਤ ਹੁੰਦੇ ਨੇ, ਲੇਕਿਨ ਪਰਮਾਤਮਾ ਦੀ ਤੇ ਬੜੀ ਵੱਡੀ ਕਿਰਪਾ ਹੋਈ ਹੈ ਕਿ ਚਲੋ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੈਮ ਤੁਹਾਨੂੰ ਪਤਾ ਹੈ ਕਿ ਕਿੰਨੀ ਦੇਰ ਪੁਰਾਣੀ ਬਿਲਡਿੰਗ ਹੈ ਤੇ ਕਾਰਨ ਇਹਦਾ ਕੀ ਹੋਇਆ ਹੋਏਗਾ ਡਿੱਗਣ ਦਾ? ਦੇਖੋ ਮੇਰੇ ਤਾਂ ਸੁਣਨ 'ਚ ਹੀ ਆਇਆ ਕਿ ਕੋਈ ਮਸ਼ੀਨ ਛੋਟੀ ਮੋਟੀ ਇੱਥੇ ਚੱਲਦੀ ਸੀ, ਸ਼ਾਇਦ ਉਹਦੀ ਧਮਕ ਨਾਲ ਕੋਈ ਦੀਵਾਰ ਦੇ ਉਹ ਡਿੱਗੀ ਹੈ ਤੇ ਕੁਛ ਇਸ ਤਰ੍ਹਾਂ ਦਾ ਹੋਇਆ। ਕਿੰਨੀ ਦੇਰ ਪੁਰਾਣੀ ਕੁਝ ਪਤਾ ਇਹਦੇ ਬਾਰੇ? ਬਿਲਡਿੰਗਸ ਤਾਂ ਤੁਸੀਂ ਦੇਖੋ ਪੁਰਾਣੀਆਂ ਹੀ ਨੇ, ਸਾਰਾ ਇਹ ਪੁਰਾਣਾ ਸ਼ਹਿਰ ਹੈ, ਪੁਰਾਣਾ ਸ਼ਹਿਰ ਹੈ। ਬਿਲਡਿੰਗਸ ਬਹੁਤ ਪੁਰਾਣੀਆਂ ਹੈਗੀਆਂ ਸ਼ਹਿਰ ਦੇ ਵਿੱਚ, ਹਜੇ ਵੀ ਹੈਗੀਆਂ, ਲੇਕਿਨ ਬਹੁਤ ਕਈ ਥਾਵਾਂ ਤੇ ਹੈਗੀਆਂ, ਸਿਰਫ ਇੱਥੇ ਨਹੀਂ ਸਾਰੇ ਸ਼ਹਿਰ 'ਚ ਹੈਗੀਆਂ ਬਿਲਡਿੰਗਸ ਤਾਂ ਪੁਰਾਣੀਆਂ। ਆਸ-ਪਾਸ ਦੀ ਜਿਹੜੀਆਂ 2 ਬਿਲਡਿੰਗਾਂ ਨੇ ਇਹ ਵੀ ਇਹਨਾਂ ਨੂੰ ਉਹਨੂੰ ਵੀ ਖਤਰਾ ਬਣਿਆ ਹੈ ਤੇ ਆ ਵੀ ਬਿਲਡਿੰਗ ਜਿਹੜੀ ਅਸੀਂ ਕਹਿ ਸਕਦੇ ਹਾਂ। ਦੇਖੋ ਜਦੋਂ ਕੋਈ ਇੱਕ ਹਿੱਸਾ ਥੱਲੇ ਆ ਜਾਂਦਾ, ਟੁੱਟ ਜਾਂਦਾ, ਨੈਚੁਰਲੀ ਦੂਜਿਆਂ ਨੂੰ ਖਤਰਾ ਬਣ ਜਾਂਦਾ। ਸੋ ਇਹ ਹੁਣ ਸਾਰਾ ਪ੍ਰੋਸੈਸ ਚੱਲ ਰਿਹਾ ਠੀਕ ਕਰੋ। ਕਿੰਨੀ ਦੇਰ ਤੱਕ ਸਾਰਾ ਹਟਾਇਆ ਜਾਏਗਾ? ਕੁਝ ਜਾਣਕਾਰੀ ਤੁਹਾਨੂੰ ਅਧਿਕਾਰੀਆਂ ਵੱਲੋਂ ਦਿੱਤੀ ਗਈ? ਹਾਂ ਜਲਦੀ ਕੋਸ਼ਿਸ਼ ਹੈ, ਸਾਡਾ ਜਿਹੜਾ ਕੰਮ ਹੈ ਸ਼ੁਰੂ ਹੋ ਗਿਆ, ਜਲਦੀ ਕਰਵਾ ਦਿਆਂਗੇ ਸਫਾਈ। ਸੋ ਜਲਦੀ ਤੋਂ ਜਲਦੀ ਇਹ ਮਲਬਾ ਜਿਹੜਾ ਹਟਾ ਦਿੱਤਾ ਜਾਏਗਾ। ਤਾਂ ਉਹਨਾਂ ਵੱਲੋਂ ਖਾਸ ਕਰਕੇ ਕੌਂਸਲਰ ਸਾਹਿਬਾਨ ਵੱਲੋਂ ਵੀ ਕਿਹਾ ਗਿਆ। ਸੋ ਇਸ ਵੇਲੇ ਮਸ਼ੀਨਾਂ ਤੇ ਲਗਾ ਦਿੱਤੀਆਂ ਗਈਆਂ, ਪਰ ਕਿੰਨੀ ਦੇਰ 'ਚ ਮਲਬਾ ਹਟਾਇਆ ਜਾਂਦਾ? ਕੌਂਸਲਰ ਸਾਹਿਬਾਨ ਵੱਲੋਂ ਕਿਹਾ ਗਿਆ ਕਿ ਜਲਦ ਤੋਂ ਜਲਦ ਹਟਾਇਆ ਜਾਏਗਾ। ਇਲਾਕਾ ਨਿਵਾਸੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ। ਭਾਜੀ ਕਿੰਨੀ ਪੁਰਾਣੀ ਬਿਲਡਿੰਗ ਸੀ, ਤਾਂ ਕਾਰਨ ਅਸੀਂ ਤੁਹਾਡੇ ਤੱਕ ਜਿਹੜੀ ਨੌਲੇਜ ਪਹੁੰਚੀ ਹੈ ਕਿ ਕਿੱਥੋਂ ਤੱਕ ਅਸੀਂ ਕਹਿ ਸਕਦੇ ਕਿ ਹੋ ਸਕਦਾ ਹੈ? ਮੈਂ ਸੁਖਚੈਨ ਸਿੰਘ, ਸਿਵਲ ਡਿਫੈਂਸ ਇੰਚਾਰਜ, ਰਾਮਬਾਗ ਥਾਣਾ ਏਰੀਆ। ਮੈਂ ਇਸ ਇਲਾਕੇ ਦਾ ਨਿਵਾਸੀ ਹਾਂ, ਗਲੀ ਖਲਾਸਵਾਲੀ ਦਾ। ਇਹ ਬਿਲਡਿੰਗ ਜੋ 50 ਸਾਲ ਪੁਰਾਣੀ ਹੈ, ਇਹ ਖਸਤਾ ਹਾਲਤ ਵਿੱਚ ਸੀ। ਇਸ ਨੂੰ ਆਪਣਾ ਰਿਪੇਅਰ ਕਰਨ ਲਈ ਉਹਨਾਂ ਨੇ ਮਾਲਕਾਂ ਨੇ, ਜੋ ਮਾਲਕ ਨੇ ਭਾਰਤ ਭੂਸ਼ਣ ਮਹਾਜਨ ਸਨ ਆਫ ਸ੍ਰੀ ਚਰਨਜੀਤ ਲਾਲ ਮਹਾਜਨ, ਉਹਨਾਂ ਨੇ ਆਰਕੀਟੈਕਟ ਬੁਲਾ ਕੇ ਇਸ ਦਾ ਆਪਣਾ ਆਰਟੀਕਲ ਕੋਲੋਂ ਇਹਦਾ ਲਵਾਇਆ ਵੀ ਕਿੰਨਾ ਕੁ ਖਰਚਾ ਹੋ ਜਾਏਗਾ ਇਹਦਾ, ਉਹਦਾ ਸਾਰਾ ਹਿਸਾਬ ਦਿੱਤਾ ਉਹਨਾਂ ਨੇ ਰਿਪੇਅਰ ਕਰਨ ਲਈ ਅਜੇ ਸੋਚਦੇ ਪਏ ਸਨ ਤੇ ਰਾਤ ਨੂੰ ਅਚਾਨਕ ਹੀ ਇਹ ਬਿਲਡਿੰਗ ਜੋ ਆ ਡਿੱਗ ਗਈ। ਇਸ ਵਿੱਚ 8-9 ਜਣੇ ਸਨ ਜਿਹੜੇ ਕਿ ਇਸ਼ਾਰਾ ਮਾਰ ਕੇ ਦੂਜੀ ਛੱਤ ਤੇ ਭੱਜ ਗਏ, ਉਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ। ਇਹ ਬਹੁਤ ਜ਼ਿਆਦਾ ਬਿਲਡਿੰਗ ਜਿਹੜੀ ਖਸਤਾ ਹਾਲਤ ਵਿੱਚ ਸੀ। ਭਾਜੀ ਇਲਾਕਾ ਨਿਵਾਸੀ ਤੁਸੀਂ, ਇਹ ਕੋਈ ਕਲੀਅਰ ਹੋ ਚੁੱਕਿਆ ਕਿ ਇਸ ਮਲਬੇ ਦੇ ਥੱਲੇ ਕੋਈ ਹੈਗਾ ਜਾਂ ਨਹੀਂ? ਨਹੀਂ, ਇਹਦੇ ਵਿੱਚ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਨਾ ਇਸ ਤਰ੍ਹਾਂ ਮਾਲੀ ਨੁਕਸਾਨ ਹੋਇਆ ਹੈ। ਇਹ ਰਾਹਗੀਰ ਵੀ ਜਿਹੜੇ ਰਾਤੀ ਬੱਤੀ ਨਾ ਹੋਣ ਕਰਕੇ ਥੱਲੇ ਨਹੀਂ ਸੀ ਬੈਠੇ, ਉਹ ਇਸ ਕਰਕੇ ਜਾਨੀ ਨੁਕਸਾਨ ਹੋ ਸਕਦਾ ਸੀ ਵੱਡਾ ਨੁਕਸਾਨ। ਬਹੁਤ ਹੋ ਸਕਦਾ। ਭਾਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਰਹਿੰਦੇ? ਭਾਜੀ ਮੈਨੂੰ ਤੇ ਸ਼ੁਰੂ ਤੋਂ ਆਪਾਂ ਇੱਥੋਂ ਦਾ ਹੀ ਆ, ਜੰਪਲ ਸਾਡਾ ਇੱਥੋਂ ਦਾ ਹੀ ਆ ਤੇ ਸਾਰੇ ਜੰਮਣ ਤੋਂ ਪਹਿਲਾਂ ਦੀ ਬਿਲਡਿੰਗ ਲੱਗੀ ਇੱਥੇ ਤਿਆਰ ਹੈਗੀ ਹੈ ਜੀ। ਤੇ ਕਿਹਾ ਜਾਵੇ ਕਿ ਨਾ ਕਿ ਕਾਫੀ ਦੇਰ ਤੋਂ ਨਾ ਕਿ ਮਸ਼ੀਨਾਂ ਲੱਗੀਆਂ ਤੇ ਵੱਧ ਤੋਂ ਵੱਧ 4-5 ਸਾਲ ਹੀ ਹੋਏ ਇੱਥੇ, ਤੇ ਥੋੜੀ ਬਹੁਤੀ ਖਸਤਾ ਹਾਲਤ ਹੈਗੀ ਸੀ ਮਸ਼ੀਨਾਂ ਦੀ। ਕਾਪਨ ਵੱਲੋਂ ਕੋਸ਼ਿਸ਼ ਕਰਦੇ ਪਏ ਸੀ ਕਿ ਨਾ ਕਿ ਇਹਨੂੰ ਜਾ ਕੇ ਠੀਕ ਕਰਾਇਆ ਜਾਵੇ, ਪਰ ਜਿਸ ਤਰ੍ਹਾਂ ਨਾ ਕਿ ਹੁਣ ਕੁਦਰਤ ਦਾ ਕਿ ਭਾਣਾ ਕਹਿ ਲਈਏ ਕਿ ਰਾਤੀ ਯਕਦਮ 10-10 ਦਾ ਟਾਈਮ ਸੀ, ਸਵਾ ਦਾ ਸਾਡਾ ਅਸੀਂ ਘਰ ਰੋਟੀ ਰਾਟੀ ਖਾ ਰਹੇ ਹਾਂ ਤੇ ਯਕਦਮ ਆਵਾਜ਼ ਆਈ ਹੈ। ਅਸੀਂ ਸਮਝਿਆ ਕਿ ਪਹੁੰਚਾ ਲਿਆ ਕੋਈ ਕਿਸੇ ਨੇ, ਯਕਦਮ ਬਾਹਰ ਆ ਕੇ ਵੇਖਿਆ ਬਿਲਡਿੰਗ ਕਿਸੇ ਡਿੱਗੀ ਪਈ ਹੈ। ਹਾਂਜੀ ਬਿਲਕੁਲ ਯਕਦਮ ਹਰ ਕੋਈ ਪਰੇਸ਼ਾਨ ਹੋ ਗਿਆ ਕਿ ਐਡੀ ਵੱਡੀ ਬਿਲਡਿੰਗ ਕਿਸ ਤਰੀਕੇ ਦੇ ਨਾਲ ਇੱਕਦਮ ਥੱਲੇ ਆ ਗਈ ਆ। ਮਸ਼ੀਨਾਂ ਪਹੁੰਚ ਚੁੱਕੀਆਂ ਨੇ ਇਸ ਮਲਬੇ ਨੂੰ ਹਟਾਉਣ ਵਾਸਤੇ, ਪਰ ਸ਼ੁਰੂਆਤ ਕਦੋਂ ਹੋਏਗੀ ਇਹ ਹਰ ਕੋਈ ਜਾਣਦਾ, ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕੋਲੋਂ, ਕਿਉਂਕਿ ਇਸ ਸੜਕ ਦੇ ਉੱਤੇ ਕਾਫੀ ਆਵਾਜਾਈ ਹੁੰਦੀ ਸੀ, ਪਰ ਇਸ ਵੇਲੇ ਸਾਰੀ ਆਵਾਜਾਈ ਜਿਹੜੀ ਆ ਉਹ ਰੁਕ ਚੁੱਕੀ ਆ। ਤਾਂ ਹਰ ਕੋਈ ਇੰਤਜ਼ਾਰ ਕਰਦਾ ਪਿਆ ਕਿ ਕਦੋਂ ਇਹ ਮਲਬਾ ਹਟਾਇਆ ਜਾਵੇ ਤਾਂ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਕਾਫੀ ਮਲਬਾ ਜਿਹੜਾ ਇੱਥੇ ਡਿੱਗਾ ਹੈ, ਤਾਂ ਕਾਫੀ ਵਜ਼ਨ ਹੈ ਇਸ ਮਲਬੇ ਦਾ,
ਤਾਂ ਇਸ ਮਲਬੇ ਦੇ ਥੱਲੇ ਕੌਣ ਹੈ, ਕੀ ਹੈ, ਕਿਸ ਤਰ੍ਹਾਂ ਹੈ, ਇਹ ਸਵਾਲ ਜਿਹੜਾ ਹੈ ਅਜੇ ਵੀ ਰੜਕਦਾ ਪਿਆ ਹਰ ਇੱਕ ਦੇ ਦਿਲ ਦੇ ਵਿੱਚ। ਪਰ ਦਾਅਵਾ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ ਕੋਈ ਇਸ ਮਲਬੇ ਦੇ ਥੱਲੇ ਨਹੀਂ ਹੈ, ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ। ਪਰ ਇਸ ਵੇਲੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇਖ ਕੇ ਇੱਕ ਵਾਰ ਰੂਹ ਕੰਬ ਜਾਂਦੀ ਆ ਕਿ ਇੰਨਾ ਭਿਆਨਕ ਮੰਜ਼ਰ, ਜੇਕਰ ਜ਼ਿਆਦਾ ਲੋਕ ਇਸ ਬਿਲਡਿੰਗ ਦੇ ਵਿੱਚ ਰਹਿੰਦੇ ਹੁੰਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਕਾਰਨ ਕੀ ਹੈ? ਪ੍ਰਸ਼ਾਸਨ, ਸਰਕਾਰਾਂ ਕੀ ਇਹਨਾਂ ਵੱਲ ਧਿਆਨ ਨਹੀਂ ਸੀ ਦਿੱਤਾ, ਪਹਿਲਾਂ ਨਹੀਂ ਸੀ ਜਾਣਿਆ ਗਿਆ ਕਿ ਇਸ ਬਿਲਡਿੰਗਾਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਇਹਨਾਂ ਦੀ ਬੁਨਿਆਦਾਂ ਖਤਮ ਹੋ ਚੁੱਕੀਆਂ ਨੇ ਜਾਂ ਨਹੀਂ ਖਤਮ ਹੋਈਆਂ। ਇਹ ਸਵਾਲ ਪ੍ਰਸ਼ਾਸਨ ਦੇ ਅੱਗੇ ਖੜਾ ਹੁੰਦਾ ਕਿ ਜੇਕਰ ਇਹਨਾਂ ਦੀ ਬੁਨਿਆਦ ਖਤਮ ਹੋ ਗਈ ਸੀ ਤਾਂ ਕੀ ਪੁੱਛਿਆ ਨਹੀਂ ਗਿਆ, ਕਿਉਂ ਕਾਰਵਾਈ ਨਹੀਂ ਕੀਤੀ ਗਈ? ਇਹ ਸਵਾਲ ਜਿਹੜੇ ਸਭ ਦੇ ਉੱਤੇ ਖੜੇ ਹੁੰਦੇ ਨੇ। ਹੁਣ ਦੇਖਣਾ ਹੋਏਗਾ ਕਿ ਕਾਰਵਾਈ ਕਿਹਦੇ ਉੱਤੇ ਤੇ ਕੀ ਬਣਦੀ ਹੈ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਸ ਬਿਲਡਿੰਗ ਦੇ ਉੱਪਰ ਜਿਹੜੀਆਂ ਮਸ਼ੀਨਾਂ ਚੱਲਦੀਆਂ ਸਨ ਤਾਂ ਉਹ ਮਸ਼ੀਨਾਂ ਦੀ ਵਾਈਬ੍ਰੇਟਰ ਦੇ ਨਾਲ ਹੀ ਇਹ ਬਿਲਡਿੰਗ ਜਿਹੜੀ ਆ ਪੂਰੀ ਦੀ ਪੂਰੀ ਥੱਲੇ ਡਿੱਗੀ ਆ। ਸੋ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਪ੍ਰਸ਼ਾਸਨ ਇਹ ਸਾਰਾ ਮਲਬਾ ਹਟਾਉਂਦੀ ਹੈ ਤੇ ਕਦੋਂ ਤੱਕ ਪ੍ਰਸ਼ਾਸਨ ਵੱਲੋਂ ਕਾਰਵਾਈ ਕੋਈ ਅਮਲ 'ਚ ਲਿਆਂਦੀ ਜਾਂਦੀ ਹੈ। ਕੀ ਕਾਰਵਾਈ ਕਿਸੇ ਤੇ ਬਣਦੀ ਹੈ ਜਾਂ ਨਹੀਂ ਬਣਦੀ? ਜੇ ਬਣਦੀ ਹੈ ਤੇ ਕੀ ਬਣਦੀ ਹੈ? ਇਹ ਸਵਾਲ ਸਾਰਿਆਂ ਵਾਸਤੇ ਖੜੇ ਨੇ। ਸੋ ਇੰਤਜ਼ਾਰ ਹਰ ਇੱਕ ਨੂੰ ਹੈ। ਪਰ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਮਾਨ ਸਿੰਘ ਗੇਟ ਝੀਲ ਮੰਡੀ ਸੜਕ ਦੀਆਂ ਤਸਵੀਰਾਂ, ਜਿੱਥੇ ਕਿ ਬੀਤੀ ਰਾਤ ਬਿਲਡਿੰਗ ਡਿੱਗਣ ਦੇ ਨਾਲ ਇਲਾਕੇ ਦੇ ਵਿੱਚ ਡਰ ਫੈਲ ਗਿਆ, ਕਿਉਂਕਿ ਬੜੀਆਂ ਬਿਲਡਿੰਗਾਂ ਜਿਹੜੀਆਂ ਨੇ ਕਾਫੀ ਸਾਲ ਪੁਰਾਣੀਆਂ ਨੇ ਤੇ ਇਹ ਜਿਹੜੀ ਬਿਲਡਿੰਗ ਡਿੱਗੀ ਆ ਇਹ ਵੀ ਕਰੀਬ 50 ਸਾਲ ਪੁਰਾਣੀ ਦੱਸੀ ਜਾਂਦੀ ਆ। ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਤਾਂ ਇਹ ਮਲਬਾ ਜਿਹੜਾ ਹੈ ਉਹ ਕਦੋਂ ਤੱਕ ਹਟਾਇਆ ਜਾਏਗਾ, ਇਹ ਹਰ ਕੋਈ ਜਾਣਨਾ ਚਾਹੁੰਦਾ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।